Hello everyone. Today I'll start the next chapter of accountancy. This is a second chapter of partnership accounts of accountancy. Its name is goodwill, valuation and its method. This chapter is related to the goodwill and its valuation, how the goodwill is valued. There are the different methods for valuation of goodwill. So firstly discuss about the meaning of goodwill. Goodwill means the reputation of business. ਗੁੱਡਵਿਲ ਮਤਲਬ ਜੋ ਵੀ ਇੱਕ ਰੈਪੂਟੇਸ਼ਨ ਹੁੰਦੀ ਹੈ ਬਿਜ਼ਨਸ ਦੀ, ਜਿਵੇਂ ਬਿਜ਼ਨਸ ਵਿੱਚ ਜੋ ਵੀ ਤੁਸੀਂ ਹਾਰਡ ਵਰਕ ਕਰਦੇ ਹੋ, ਉਹ ਜੋ ਵੀ ਤੁਸੀਂ ਇੱਕ ਨਾਮ ਬਣਾਉਂਦੇ ਹੋ ਆਫਟਰ ਦੀ 10 years ਔਰ ਆਫਟਰ 5 years, ਜੋ ਵੀ ਇੱਕ ਨਾਮ ਬਣਦਾ ਉਹ ਬਿਜ਼ਨਸ ਦੀ ਰੈਪੂਟੇਸ਼ਨ ਨੂੰ ਆਪਾਂ ਅਕਾਊਂਟਿੰਗ ਟਰਮਸ ਦੇ ਵਿੱਚ ਬਿਜ਼ਨਸ ਦੀ ਗੁੱਡਵਿਲ ਕਹਿੰਦੇ ਹਾਂ। ਸੋ ਰੈਪੂਟੇਸ਼ਨ ਨੂੰ ਤੁਸੀਂ ਦੇਖ ਨਹੀਂ ਸਕਦੇ, ਟੱਚ ਨਹੀਂ ਕਰ ਸਕਦੇ। ਸੋ ਗੁੱਡਵਿਲ ਇਜ਼ ਇਨਟੈਂਜੀਬਲ ਇਨ ਨੇਚਰ ਵਿਚ ਕੈਨੋਟ ਬੀ ਸੀਨ, ਟੱਚਡ। ਗੁੱਡਵਿਲ ਨੂੰ ਸਿਰਫ ਫੀਲ ਕੀਤਾ ਜਾ ਸਕਦਾ ਹੈ। ਸੋ ਬਿਜ਼ਨਸ ਦੀ ਰੈਪੂਟੇਸ਼ਨ ਨੂੰ ਗੁੱਡਵਿਲ ਕਿਹਾ ਜਾਂਦਾ ਹੈ। ਅਤੇ ਜੋ ਵੀ ਇੱਕ ਇੰਟੈਂਜੀਬਲ ਫੀਚਰਸ ਦੇ ਵਿੱਚ ਹੁੰਦੀ ਹੈ, ਜਿਵੇਂ ਕਿ ਬਾਕੀ ਐਸਟਸ ਹੁੰਦੀਆਂ ਬਿਜ਼ਨਸ ਦੀਆਂ, ਜਿਵੇਂ ਪਲਾਂਟ ਹੈ, ਮਸ਼ੀਨਰੀ ਹੈ, ਫਰਨੀਚਰ ਹੈ, ਉਹਨਾਂ ਨੂੰ ਤੁਸੀਂ ਫਿਰ ਵੀ ਟੱਚ ਕਰ ਸਕਦੇ ਹੋ, ਦੇਖ ਸਕਦੇ ਹੋ। ਪਰ ਗੁੱਡਵਿਲ ਇੱਕ ਐਸਟ ਹੈ, ਤਾਂ ਇਹ ਫਿਕਸਡ ਐਸਟਸ ਦੇ ਵਿੱਚ ਆਉਂਦੀ ਹੈ, ਨਾਨ ਕਰੰਟ ਐਸਟਸ ਦੇ ਵਿੱਚ। ਬਟ ਇਹ ਇੰਟੈਂਜੀਬਲ ਹੈਡਿੰਗ ਅੰਡਰ ਆਉਂਦੀ ਹੈ, ਕਿਉਂਕਿ ਇੰਟੈਂਜੀਬਲ ਇਨ ਨੇਚਰ ਹੁੰਦੀ ਹੈ, ਜਿਹਨੂੰ ਤੁਸੀਂ ਦੇਖ ਨਹੀਂ ਸਕਦੇ, ਟੱਚ ਨਹੀਂ ਕਰ ਸਕਦੇ। ਗੁੱਡਵਿਲ ਨੂੰ ਕ੍ਰੀਏਟ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਆ। ਜੇ ਤੁਸੀਂ ਇੱਕ ਬਿਜ਼ਨਸਮੈਨ ਬਹੁਤ ਵਧੀਆ ਕੁਆਲਿਟੀ ਦੇ ਪ੍ਰੋਡਕਟ ਸੇਲ ਕਰੂਗਾ ਤਾਂ ਓਬਵੀਅਸ ਆ ਉਸ ਬਿਜ਼ਨਸ ਦੀ ਗੁੱਡਵਿਲ ਇਨਕਰੀਜ਼ ਹੋ ਜੂਗੀ। ਜਾਂ ਜਿਵੇਂ ਇੱਕ ਬਿਜ਼ਨਸਮੈਨ ਦੇ ਬਹੁਤ ਵਧੀਆ ਗੁੱਡ ਰਿਲੇਸ਼ਨਸ਼ਿਪਸ ਹੈਗੇ ਆ ਬਾਹਰ, ਤਾਂ ਉਹਦੀ ਇੱਕ ਵਧੀਆ ਗੁੱਡਵਿਲ ਕ੍ਰੀਏਟ ਹੋਊਗੀ। ਜਿਵੇਂ ਕਿਸੇ ਬਿਜ਼ਨਸ 'ਚ ਰਿਸਕ ਬਹੁਤ ਘੱਟ ਹੈ ਤਾਂ ਵੀ ਉਹਦੀ ਗੁੱਡਵਿਲ ਐਨਹੈਂਸ ਕੀਤੀ ਜਾ ਸਕਦੀ ਹੈ ਜਾਂ ਕ੍ਰੀਏਟ ਕੀਤੀ ਜਾ ਸਕਦੀ ਹੈ। ਗੁੱਡਵਿਲ ਕ੍ਰੀਏਸ਼ਨ ਜਿਵੇਂ ਤੁਹਾਡੀ ਮਾਰਕੀਟ 'ਚ ਕਿੰਨੀ ਕੁ ਵੈਲਿਊ ਹੈ, ਮਾਰਕੀਟ 'ਚ ਤੁਹਾਡੇ ਕਿੰਨੇ ਕੁ ਫੋਲੋਵਿੰਗਸ ਹੈ ਜਾਂ ਕਿੰਨੇ ਕੁ ਪਰਸਨ ਹੈ ਜਿਹੜੇ ਤੁਹਾਨੂੰ ਜਾਣਦੇ ਆ, ਕਿੰਨੇ ਕੁ ਲੋਕਾਂ ਨਾਲ ਤੁਹਾਡਾ ਕੰਟਰੈਕਟ ਹੈ ਜਾਂ ਕਿੰਨੇ ਕੁ ਕਸਟਮਰਸ ਹੈ ਜਿਹੜੇ ਤੁਹਾਡੇ ਬਿਜ਼ਨਸ ਨਾਲ ਲਿੰਕ ਹੈ, ਤਾਂ ਉਹਦੇ ਨਾਲ ਇੱਕ ਬਿਜ਼ਨਸ ਦੀ ਗੁੱਡਵਿਲ ਕ੍ਰੀਏਟ ਹੋ ਜਾਂਦੀ ਹੈ। ਜਿਵੇਂ ਆਪਾਂ ਦੇਖੀਏ ਨੇਚਰ ਆਫ ਗੁੱਡਵਿਲ ਦਾ ਨੇਚਰ ਕੀ ਹੈ ਵੀ ਗੁੱਡਵਿਲ ਇੱਕ ਇਨਟੈਂਜੀਬਲ ਐਸਟ ਹੈ ਜਿਹਨੂੰ ਆਪਾਂ ਟੱਚ ਨਹੀਂ ਕਰ ਸਕਦੇ, ਸੀ ਨਹੀਂ ਕਰ ਸਕਦੇ। ਜਿਵੇਂ ਲਾਈਕ ਅਦਰ ਐਸਟਸ ਹੈ, ਪਲਾਂਟ, ਮਸ਼ੀਨਰੀ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ, ਪਰ ਗੁੱਡਵਿਲ ਨੂੰ ਟੱਚ ਨਹੀਂ ਕਰ ਸਕਦੇ। ਨੇਚਰ ਦੇ ਵਿੱਚ ਆਏ ਆ ਵੀ ਜਦੋਂ ਗੁੱਡਵਿਲ ਨੂੰ ਜਦੋਂ ਆਪਾਂ ਬਿਜ਼ਨਸ ਨੂੰ ਸੇਲ ਕਰਦੇ ਹਾਂ, ਅਤੇ ਜਿਵੇਂ ਬਿਜ਼ਨਸ ਦੀ ਜਿੰਨੀ ਐਕਚੁਅਲ ਵੈਲਿਊ ਉਹਦੀ ਐਸਟਸ ਦੀ ਜਿੰਨਾ ਥੋੜ੍ਹਾ ਐਕਸਟਰਾ ਅਮਾਊਂਟ ਪੇ ਕੀਤੀ ਜਾਂਦੀ ਹੈ, ਜਿਵੇਂ 40,000 50,000 ਜਿੰਨੀ ਐਕਸਟਰਾ ਵੈਲਿਊ ਪੇ ਕੀਤੀ ਜਾਊਗੀ ਉਹ ਗੁੱਡਵਿਲ ਬਣ ਜਾਂਦੀ ਹੈ। ਤਾਂ ਜਿਵੇਂ ਹੀ ਤੁਸੀਂ ਬਿਜ਼ਨਸ ਨੂੰ ਸੇਲ ਕਰਦੇ ਹੋ ਤਾਂ ਗੁੱਡਵਿਲ ਦੀ ਵੀ ਇੱਕ ਸੇਲ ਵੈਲਿਊ ਹੈ। ਜਿਵੇਂ ਗੁੱਡਵਿਲ ਹੈ ਤਾਂ ਇਨਟੈਂਜੀਬਲ, ਬਟ ਉਹਨੂੰ ਆਪਾਂ ਇੱਕ ਫਾਈਨੈਂਸ਼ੀਅਲ ਟਰਮਸ ਦੇ ਵਿੱਚ ਮੈਟਰ ਕਰਦੇ ਹਾਂ। ਗੁੱਡਵਿਲ ਨੂੰ ਵੀ ਪੈਸੇ ਦੇ ਵਿੱਚ ਦੇਖਿਆ ਜਾਂਦਾ ਹੈ ਅਤੇ ਗੁੱਡਵਿਲ ਦੀ ਵੀ ਇੱਕ ਵੈਲਿਊ ਬਣ ਜਾਂਦੀ ਹੈ। ਫੋਰ ਐਗਜ਼ਾਮਪਲ ਜੇ ਤੁਸੀਂ ਕਿਸੇ ਨੂੰ ਬਿਜ਼ਨਸ ਸੇਲ ਕਰ ਰਹੇ ਹੋ ਤਾਂ ਉਹ ਬਿਜ਼ਨਸ ਦੀ ਵੈਲਿਊ 1 ਲੱਖ ਹੈ, ਸਾਰੀਆਂ ਐਸਟਸ ਇਨਕਲੂਡ ਕਰਕੇ ਜਿੰਨੀਆਂ ਤੁਹਾਡੇ ਕੋਲ ਐਸਟਸ ਹੈ, ਜਿੰਨੀ ਬਿਲਡਿੰਗ ਹੈ, ਟੋਟਲ ਵੈਲਿਊ 1 ਲੱਖ ਹੈ। ਬਟ ਯੂ ਸੋਲਡ ਦਾ ਬਿਜ਼ਨਸ ਐਟ 1,25,000। So higher amount than the 1,25,000 is your value of goodwill, because ਜਦੋਂ ਵੀ ਤੁਸੀਂ ਬਿਜ਼ਨਸ ਨੂੰ ਸਟਾਰਟ ਕੀਤਾ ਤਾਂ ਤੁਸੀਂ ਇੱਕ ਨਾਮ ਕ੍ਰੀਏਟ ਕੀਤਾ ਆਪਦੇ ਬਿਜ਼ਨਸ ਦਾ, ਬਿਜ਼ਨਸ ਨੂੰ ਸਟਾਰਟ ਕੀਤਾ, ਉਹਦੇ 'ਚ ਹਾਰਡ ਵਰਕ ਕੀਤਾ, ਉਹਦੇ 'ਚ ਜੋ ਵੀ ਤੁਸੀਂ ਆਪਦੀ ਮਿਹਨਤ ਕੀਤੀ, ਤਾਂ ਉਹ ਇੱਕ ਬਿਜ਼ਨਸ ਦੇ ਨੇਮ ਦੀ ਕ੍ਰੀਏਸ਼ਨ ਹੋਈ ਆ। ਮਤਲਬ ਕਿ ਤੁਹਾਡਾ ਇੱਕ ਬਿਜ਼ਨਸ ਕ੍ਰੀਏਟ ਹੋਇਆ ਜਿਹਨੂੰ ਲੋਕ ਜਾਣਦੇ ਆ, ਤਾਂ ਉਹ ਕ੍ਰੀਏਟ ਕਰਨ 'ਤੇ ਜੋ ਵੀ ਤੁਹਾਡੀ ਹਾਰਡ ਵਰਕ ਲੱਗੀ ਹੈ ਉਹਦੀ ਅਮਾਊਂਟ ਹੈਗੀ ਹੈ 25,000। ਅਤੇ ਇਹ ਵੀ ਅਕੋਰਡਿੰਗ ਜਦੋਂ ਤੁਸੀਂ ਬਿਜ਼ਨਸ ਨੂੰ ਸੇਲ ਕਰੋਗੇ ਇਹ ਵੀ ਨਾਲ ਹੀ ਸੇਲ ਆਊਟ ਹੋਊਗੀ ਅਤੇ ਇਹਦਾ ਵੀ ਇੱਕ ਮੁੱਲ ਪਊਗਾ। ਨੈਕਸਟ ਗੁੱਡਵਿਲ ਜਿਹੜੀ ਤੁਹਾਡੀ ਉਹ ਪ੍ਰੋਫਿਟਸ ਨਾਲ ਰਿਲੇਟਡ ਹੁੰਦੀ ਹੈ। ਜਿਵੇਂ ਜਿਵੇਂ ਤੁਹਾਡੇ ਬਿਜ਼ਨਸ ਦੇ ਪ੍ਰੋਫਿਟ ਇਨਕਰੀਜ਼ ਹੁੰਦੇ ਰਹਿੰਦੇ ਆ ਅਤੇ ਗੁੱਡਵਿਲ ਵੀ ਇਨਕਰੀਜ਼ ਹੁੰਦੀ ਰਹਿੰਦੀ ਹੈ। ਜਦੋਂ ਤੁਸੀਂ ਨੇਚਰ ਦੀ ਗੱਲ ਕਰਦੇ ਹੋ, ਨੇਚਰ 'ਚ ਤੁਸੀਂ ਸਾਰਾ ਕੁਝ ਦੱਸ ਸਕਦੇ ਹੋ ਜੋ ਵੀ ਤੁਸੀਂ ਗੁੱਡਵਿਲ ਬਾਰੇ ਜਾਣਦੇ ਹੋ, ਜਿਵੇਂ ਉਹਦੇ ਫੈਕਟਰਸ ਮਿਕਸ ਆਊਟ ਹੋ ਸਕਦੇ, ਉਹਦਾ ਮੀਨਿੰਗ ਮਿਕਸ ਆਊਟ ਹੋ ਸਕਦਾ। ਨੈਕਸਟ ਸਮ ਆਫ ਦੀ ਫੈਕਟਰਸ ਦੈਟ ਅਫੈਕਟਿੰਗ ਦਾ ਗੁੱਡਵਿਲ। ਹੁਣ ਕੁਝ ਫੈਕਟਰ ਇਹੋ ਜਿਹੇ ਹੈ ਜਿਹਦੇ ਨਾਲ ਜਾਂ ਤਾਂ ਤੁਹਾਡੀ ਗੁੱਡਵਿਲ ਇਨਕਰੀਜ਼ ਹੁੰਦੀ ਹੈ ਅਤੇ ਜਾਂ ਡਿਕਰੀਜ਼ ਹੁੰਦੀ ਹੈ। ਮਤਲਬ ਉਹਦੇ ਕੁਝ ਚੀਜ਼ਾਂ ਬਾਰੇ ਆਪਾਂ ਪੜ੍ਹਾਂਗੇ। ਫਸਟ ਫੈਕਟਰ ਇਜ਼ ਨੇਚਰ ਆਫ ਬਿਜ਼ਨਸ। ਨੇਚਰ ਆਫ ਬਿਜ਼ਨਸ ਵੀ ਤੁਸੀਂ ਕਿਸ ਤਰੀਕੇ ਦਾ ਬਿਜ਼ਨਸ ਰਨ ਆਊਟ ਕਰ ਰਹੇ ਹੋ, ਮਤਲਬ ਕਿਸ ਟਾਈਪ ਦਾ ਬਿਜ਼ਨਸ ਹੈ। ਜਿਵੇਂ ਤੁਹਾਡਾ ਬਿਜ਼ਨਸ ਨਸੈਸਿਟੀਜ਼ ਨਾਲ ਰਿਲੇਟਡ ਹੈ, ਮਤਲਬ ਜਿਵੇਂ ਆਪਣੀਆਂ ਡੇਲੀ ਬੇਸਿਸ ਦੀਆਂ ਚੀਜ਼ਾਂ ਹੁੰਦੀਆਂ, ਜਿਵੇਂ ਕਿ ਨਸੈਸਿਟੀਜ਼ ਆਫ ਲਾਈਫ, ਜਿਵੇਂ ਆਪਾਂ ਕਹਿ ਸਕਦੇ ਹਾਂ ਡੇਲੀ, ਜਿਵੇਂ ਮਿਲਕ ਵਗੈਰਾ ਹੋ ਗਿਆ, ਵੈਜੀਟੇਬਲਸ ਵਗੈਰਾ ਹੋ ਗਏ, ਜਾਂ ਜਿਵੇਂ ਆਪਣੇ ਫੂਡ ਨਾਲ ਰਿਲੇਟਡ ਆਈਟਮਸ ਹੋ ਗਈਆਂ, ਉਹ ਨਸੈਸਿਟੀਜ਼ ਨਾਲ ਰਿਲੇਟਡ ਹੈ। ਜਾਂ ਡਿਊਰੇਬਲ ਪ੍ਰੋਡਕਟਸ ਨਾਲ ਰਿਲੇਟਡ ਹੈ। ਡਿਊਰੇਬਲ ਪ੍ਰੋਡਕਟਸ ਜਿਵੇਂ ਉਹ ਵਾਲੇ ਪ੍ਰੋਡਕਟਸ ਜਿਨ੍ਹਾਂ ਦੀ ਮਿਆਦ ਜਾਂ ਜਿਨ੍ਹਾਂ ਦਾ ਟਾਈਮ ਪੀਰੀਅਡ ਥੋੜ੍ਹਾ ਜ਼ਿਆਦਾ ਹੁੰਦਾ ਨਸੈਸਿਟੀਜ਼ ਨਾਲੋਂ, ਜਿਵੇਂ ਆਪਾਂ ਕਹਿ ਸਕਦੇ ਹਾਂ TV, ਰੈਫਰੀਜਰੇਟਰ, ਕੂਲਰ, AC, ਇਹ ਸਾਰੇ ਤੁਹਾਡੇ ਡਿਊਰੇਬਲ ਪ੍ਰੋਡਕਟ ਹੈ ਜਿਹੜੇ ਥੋੜ੍ਹੇ ਜ਼ਿਆਦਾ ਟਾਈਮ ਤੱਕ ਚੱਲ ਸਕਦੇ ਆ। ਜੇ ਤਾਂ ਤੁਹਾਡਾ ਬਿਜ਼ਨਸ ਨਸੈਸਿਟੀ ਗੁਡਸ ਨਾਲ ਰਿਲੇਟਡ ਹੈ ਤਾਂ ਇਹਨਾਂ ਦੀ ਡਿਮਾਂਡ 'ਚ ਕੋਈ ਜ਼ਿਆਦਾ ਚੇਂਜ ਨਹੀਂ ਆਉਂਦਾ, ਕਿਉਂਕਿ ਇਹ ਆਪਣੀਆਂ ਨਸੈਸਿਟੀਜ਼ ਹੈ, ਮਤਲਬ ਜ਼ਰੂਰੀ ਚੀਜ਼ਾਂ ਤੁਸੀਂ ਖਰੀਦਣੀਆਂ ਅਤੇ ਇਹਨਾਂ ਜਿਹੜੀ ਤੁਹਾਡੀ ਗੁੱਡਵਿਲ ਆ ਉਹ ਜ਼ਿਆਦਾ ਇਨਫਲੂਐਂਸ ਨਹੀਂ ਹੁੰਦੀ, ਬਹੁਤ ਘੱਟ ਗੁੱਡਵਿਲ 'ਤੇ ਇਫੈਕਟ ਪੈਂਦਾ, ਕਿਉਂਕਿ ਇਹਨਾਂ ਦੀ ਡਿਮਾਂਡ ਉਹ ਮਤਲਬ ਕਿ ਹਰ ਟਾਈਮ ਰਹਿੰਦੀ ਹੀ ਹੈ, ਭਾਵੇਂ ਤੁਹਾਡੇ ਕੋਲ ਪੈਸੇ ਹੈਗੇ ਆ ਭਾਵੇਂ ਨਹੀਂ ਹੈਗੇ। ਬਟ ਡਿਊਰੇਬਲ ਪ੍ਰੋਡਕਟ ਉਹ ਹੈ ਜਿਹੜੇ ਤੁਹਾਡੇ ਅਕੋਰਡਿੰਗ ਟੂ ਫੈਸ਼ਨ, ਅਕੋਰਡਿੰਗ ਟੂ ਨੀਡਸ ਹੈ। ਜਿਵੇਂ ਜੇ ਤੁਸੀਂ ਇਸ ਪ੍ਰੋਡਕਟ ਬਿਨਾਂ ਤੁਹਾਡੀ ਲਾਈਫ ਚੱਲ ਵੀ ਹੀ ਸਕਦੀ ਹੈ,
ਜਿਵੇਂ ਸਪੋਜ਼ ਕਰੋ ਜੇ ਤੁਹਾਡੇ ਕੋਲ ਪੈਸੇ ਨਹੀਂ ਆ ਤਾਂ ਫਿਰ ਤੁਸੀਂ ਇਹ ਚੀਜ਼ ਨਹੀਂ ਵੀ ਖਰੀਦੋਗੇ, ਤਾਂ ਇਸ ਚੀਜ਼ ਦੀ ਜਿਹੜੀ ਗੁੱਡਵਿਲ ਉਹ ਇਨਕਰੀਜ਼ ਡਿਕਰੀਜ਼ ਹੁੰਦੀ ਰਹਿੰਦੀ ਹੈ। ਨੈਸੈਸਿਟੀ ਗੁੱਡਸ ਦੇ ਵਿੱਚ ਜਿਹੜੀ ਤੁਹਾਡੀ ਗੁੱਡਵਿਲ ਆ ਆਲਮੋਸਟ ਸਟੇਬਲ ਹੀ ਰਹਿੰਦੀ ਹੈ, ਪਰ ਇਹਦੇ 'ਚ ਜਿਹੜੇ ਤੁਹਾਡੀ ਡਿਮਾਂਡ ਹੈ, ਡਿਮਾਂਡ ਸਟੇਬਲ ਨਹੀਂ ਹੁੰਦੀ ਤਾਂ ਤੁਹਾਡੀ ਗੁੱਡਵਿਲ ਵੀ ਸਟੇਬਲ ਨਹੀਂ ਹੋਊਗੀ ਨੇਚਰ ਆਫ ਬਿਜ਼ਨਸ ਦੇ ਵਿੱਚ। ਨੈਕਸਟ ਹੈ ਰਿਸਕ ਕਨਵਰਟ। ਜੇ ਤਾਂ ਰਿਸਕ ਤੁਹਾਡੇ ਬਿਜ਼ਨਸ 'ਚ ਘੱਟ ਹੈ ਤਾਂ ਇਹਦੇ ਨਾਲ ਜਿਹੜੀ ਤੁਹਾਡੀ ਗੁੱਡਵਿਲ ਆ ਜ਼ਿਆਦਾ ਹੈ। ਜੇ ਤਾਂ ਰਿਸਕ ਘੱਟ ਗੁੱਡਵਿਲ ਜ਼ਿਆਦਾ, ਜੇ ਰਿਸਕ ਜ਼ਿਆਦਾ ਹੈ, ਰਿਸਕ ਮੋਰ ਹੈ ਤਾਂ ਗੁੱਡਵਿਲ ਲੈਸ। ਨੈਕਸਟ ਇਜ਼ ਮੋਨੋਪਲੀ। ਮੋਨੋਪਲੀ ਮੀਨਸ ਹੈ ਜਦੋਂ ਵਨ ਸੈਲਰ ਹੋਵੇ, ਜਦੋਂ ਕੋਈ ਵੀ ਇੱਕ ਪਰਸਨ ਹੈ ਉਹਨੇ ਹੀ ਸਾਰੇ ਬਿਜ਼ਨਸ ਨੂੰ ਕੰਟਰੋਲ ਕਰਨਾ, ਉਹਨੇ ਡਿਸੀਜ਼ਨ ਲੈਣੇ ਆ, ਉਹਨੇ ਪ੍ਰਾਈਸ ਫਿਕਸ ਕਰਨਾ, ਤਾਂ ਓਬਵੀਅਸ ਹੈ ਮੋਨੋਪਲਾਈਜ਼ਡ ਜਿਹੜੇ ਬਿਜ਼ਨਸ ਹੁੰਦੇ ਆ ਉਹਨਾਂ ਦੀ ਜਿਹੜੀ ਗੁੱਡਵਿਲ ਹੈ ਜ਼ਿਆਦਾ ਹੋਊਗੀ, ਕਿਉਂਕਿ ਉਹਨਾਂ ਦਾ ਮਤਲਬ ਆਪਦਾ ਹੀ ਇੱਕ ਲੈਵਲ ਹੈ ਰੇਟਸ ਵਗੈਰਾ ਫਿਕਸ ਕਰਨ ਦਾ, ਅਤੇ ਉਹਨਾਂ ਦੀ ਗੁੱਡਵਿਲ ਜ਼ਿਆਦਾ ਹੋ। ਜੇ ਆਪਾਂ ਗੱਲ ਕਰੀਏ ਜਿਵੇਂ ਕੋਈ ਮੋਨੋਪਲਾਈਜ਼ਡ ਬਿਜ਼ਨਸ ਹੈ, ਜਦੋਂ ਤੁਸੀਂ ਉਹਨੂੰ ਸੇਲ ਕਰਦੇ ਹੋ ਤਾਂ ਜਿਹੜਾ ਉਹਦਾ ਬਾਇਰ ਹੈ, ਜੇ ਉਹਨੂੰ ਲੱਗਦਾ ਹੈ ਵੀ ਹਾਂ ਫਿਊਚਰ 'ਚ ਵੀ ਉਹ ਇਹਦੀ ਮੋਨੋਪਲੀ ਰੱਖ ਸਕਦਾ ਹੈ, ਮਤਲਬ ਉਹਨੂੰ ਕਿਸੇ ਹੋਰ ਪਰਸਨ ਦੀ ਲੋੜ ਨਹੀਂ ਪਊਗੀ, ਤਾਂ ਉਹ ਇੱਕ ਮੋਨੋਪਲੀ ਕ੍ਰੀਏਟ ਕਰੂਗਾ, ਤਾਂ ਉਹ ਇਸ ਟਾਈਮ 'ਤੇ ਜਦੋਂ ਬਿਜ਼ਨਸ ਨੂੰ ਪਰਚੇਜ਼ ਕਰੂਗਾ ਕਿਸੇ ਮੋਨੋਪਲਾਈਜ਼ਡ ਬੰਦੇ ਤੋਂ ਹੀ, ਤਾਂ ਉਹਨੂੰ ਉਹ ਜ਼ਿਆਦਾ ਪੈਸੇ ਪੇ ਕਰਨ ਲਈ ਰਾਜੀ ਹੋਊਗਾ, ਕਿਉਂਕਿ ਉਹਨੂੰ ਪਤਾ ਵੀ ਜੇ ਅੱਜ ਮੋਨੋਪਲੀ ਹੈ ਤਾਂ ਫਿਊਚਰ 'ਚ ਵੀ ਮੈਂ ਮੋਨੋਪਲੀ ਕ੍ਰੀਏਟ ਕਰ ਸਕਦਾ, ਤਾਂ ਉਹ ਅੱਜ ਦੇ ਟਾਈਮ 'ਤੇ ਗੁੱਡਵਿਲ ਦੇ ਜ਼ਿਆਦਾ ਪੈਸੇ ਪੇ ਕਰ ਸਕਦਾ। ਨੈਕਸਟ ਹੈ ਟ੍ਰੇਡ ਨੇਮ। ਹੁਣ ਉਹ ਵਾਲੇ ਬਿਜ਼ਨਸ ਜਿਨ੍ਹਾਂ ਦਾ ਇੱਕ ਸਪੈਸੀਫਿਕ ਨੇਮ ਬਣਿਆ ਹੁੰਦਾ, ਤਾਂ ਮਤਲਬ ਇੱਕ ਰੈਪੂਟੇਸ਼ਨ ਹੁੰਦੀ ਹੈ, ਕੋਈ ਵੀ ਸਪੈਸੀਫਿਕ ਨੇਮ ਜਿਹਦਾ ਨੇਮ ਚੱਲਦਾ, ਜਿਵੇਂ ਆਪਾਂ ਕਹਿ ਸਕਦੇ ਹਾਂ ਨੇਮ ਦੇ ਬੇਸ 'ਤੇ ਉਹਦੇ ਪ੍ਰੋਡਕਟ ਸੇਲ ਆਊਟ ਹੁੰਦੇ ਆ, ਜਿਵੇਂ ਸੈਮਸੰਗ ਹੈ, ਤਾਂ ਟ੍ਰੇਡ ਨੇਮ ਵੀ ਇੱਕ ਇਫੈਕਟ ਕਰਦਾ। ਜਿਵੇਂ ਉਹਦਾ ਟ੍ਰੇਡ ਨੇਮ ਜੇ ਮਤਲਬ ਵੈਲ ਨੋਨ ਹੈ, ਮਤਲਬ ਬਹੁਤ ਸਾਰੇ ਲੋਕ ਉਹ ਟ੍ਰੇਡ ਨੇਮ ਨੂੰ ਹੀ ਜਾਣਦੇ ਆ, ਤਾਂ ਉਹਦੀ ਗੁੱਡਵਿਲ ਇਨਕਰੀਜ਼ ਹੋਊਗੀ। ਸਕਿੱਲਸ ਇਨ ਮੈਨੇਜਮੈਂਟ। ਜੇ ਤੁਹਾਡੀ ਮੈਨੇਜਮੈਂਟ ਬਹੁਤ ਜ਼ਿਆਦਾ ਐਫੀਸ਼ੀਐਂਟ ਹੈ, ਇਫੈਕਟਿਵ ਹੈ, ਮਤਲਬ ਵਧੀਆ ਕੰਮ ਕਰਦੀ ਹੈ, ਤਾਂ ਐਫੀਸ਼ੀਐਂਸੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ, ਕੋਸਟ ਘਟਾਉਂਦੀ ਹੈ, ਪ੍ਰੋਫਿਟ ਇਨਕਰੀਜ਼ ਕਰਦੀ ਆ, ਤਾਂ ਓਬਵੀਅਸ ਹੈ ਗੁੱਡਵਿਲ ਵੱਧ ਹੋਊਗੀ। ਜੇ ਮੈਨੇਜਮੈਂਟ ਹੀ ਤੁਹਾਡੀ ਲੇਜ਼ੀ ਹੈ ਵੀ ਕੰਮ ਪ੍ਰੋਪਰ ਨਹੀਂ ਹੋ ਪਾ ਰਿਹਾ, ਤਾਂ ਦੈਨ ਤੁਹਾਡੀ ਗੁੱਡਵਿਲ ਹੈ ਡਿਕਰੀਜ਼ ਹੋਊਗੀ। ਲੋਕੇਸ਼ਨ ਫੈਕਟਰ। ਜੇ ਤੁਹਾਡਾ ਬਿਜ਼ਨਸ ਇਹੋ ਜਿਹੀ ਲੋਕੇਸ਼ਨ 'ਤੇ ਜਿੱਥੇ ਤੁਹਾਨੂੰ ਹਰ ਇੱਕ ਚੀਜ਼ ਦੀ ਸਹੂਲਤ ਹੈਗੀ ਹੈ, ਮਤਲਬ ਹਰੇਕ ਚੀਜ਼ ਦੀ ਫੈਸਿਲਿਟੀ ਤੁਹਾਨੂੰ ਮਿਲ ਰਹੀ ਹੈ, ਜਿਵੇਂ ਕਿ ਤੁਹਾਨੂੰ ਫਾਈਨਾਂਸ ਵਗੈਰਾ ਦੀ ਲੋੜ ਹੈ ਉਹ ਵੀ ਤੁਹਾਨੂੰ ਮਿਲ ਸਕਦਾ ਹੈ, ਜੇ ਆਪਣੀ ਡੇਲੀ ਬੇਸਿਸ ਦੀਆਂ ਜੋ ਚੀਜ਼ਾਂ, ਜੋ ਤੁਹਾਨੂੰ ਕੋਈ ਮਟੀਰੀਅਲ ਚਾਹੀਦਾ ਉਹ ਵੀ ਤੁਹਾਨੂੰ ਪ੍ਰੋਪਰ ਮਿਲ ਸਕਦਾ ਹੈ। ਅਤੇ ਬਾਕੀ ਇੱਕ ਇਹੋ ਜਿਹੀ ਜਗ੍ਹਾ 'ਤੇ ਹੈ ਵੀ ਜਿੱਥੇ ਤੁਹਾਡੇ ਕਸਟਮਰ ਈਜ਼ੀਲੀ ਅਪਰੋਚ ਕਰ ਸਕਦੇ ਆ, ਤਾਂ ਲੋਕੇਸ਼ਨ ਵੀ ਆਲਸੋ ਇਫੈਕਟ ਕਰਦੀ ਹੈ। ਜੇ ਮਤਲਬ ਕਿ ਲੋਕਲ ਏਰੀਆ ਜਿਵੇਂ ਮਾਰਕੀਟ ਵਾਲੇ ਏਰੀਆ ਦੇ ਵਿੱਚ ਤੁਹਾਡੀ ਸ਼ਾਪ ਹੈ ਜਾਂ ਤੁਹਾਡਾ ਬਿਜ਼ਨਸ ਹੈਗਾ, ਤਾਂ ਓਬਵੀਅਸ ਉੱਥੇ ਗੁੱਡਵਿਲ ਵੱਧ ਹੋਊਗੀ। ਜੇ ਕੋਈ ਮਤਲਬ ਸਿਟੀ ਤੋਂ ਥੋੜ੍ਹਾ ਦੂਰ ਹੈ, ਜਿੱਥੇ ਲੋਕ ਜ਼ਿਆਦਾ ਅਪਰੋਚ ਨਹੀਂ ਕਰ ਸਕਦੇ, ਤਾਂ ਉੱਥੇ ਜਿਹੜੀ ਤੁਹਾਡੀ ਗੁੱਡਵਿਲ ਉਹ ਘੱਟ ਹੋਊਗੀ ਬਿਜ਼ਨਸ। ਨੈਕਸਟ ਪੁਆਇੰਟ ਇਜ਼ ਗਵਰਨਮੈਂਟ ਪੈਟਰੋਨੇਜ। ਇਟ ਮੀਨਸ ਜਦੋਂ ਗਵਰਨਮੈਂਟ ਦਾ ਲਿੰਕ ਹੋਵੇ, ਜਿਵੇਂ ਕਈ ਬਿਜ਼ਨਸ ਇਹੋ ਜਿਹੇ ਹੁੰਦੇ ਆ ਜਿਹਦੇ ਵਿੱਚ ਗਵਰਨਮੈਂਟ ਥੋੜ੍ਹਾ ਬਹੁਤ ਹੈਲਪ ਪ੍ਰੋਵਾਈਡ ਕਰਦੀ ਹੈ, ਜਿਵੇਂ ਸਬਸਿਡੀ ਦਿੰਦੀ ਹੈ, ਟੈਕਸ ਰਿਡਕਸ਼ਨਸ ਵਗੈਰਾ ਦਿੰਦੀ ਆ, ਤਾਂ ਜਿੱਥੇ ਗਵਰਨਮੈਂਟ ਦੀ ਪੈਟਰੋਨੇਜ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਸੈਮੀ ਗਵਰਨਮੈਂਟ ਜੋ ਵੀ ਇੰਸਟੀਟਿਊਟਸ ਜਾਂ ਜੋ ਵੀ ਮਤਲਬ ਸੈਕਟਰਸ ਹੁੰਦੇ ਆ ਬਿਜ਼ਨਸ ਸੈਕਟਰਸ, ਤਾਂ ਉਸ 'ਚ ਜਿਹੜੀ ਗੁੱਡਵਿਲ ਜ਼ਿਆਦਾ ਹੁੰਦੀ ਹੈ, ਕਿਉਂਕਿ ਲੋਕ ਜਿੱਥੇ ਗਵਰਨਮੈਂਟ ਦਾ ਨਾਮ ਆਉਂਦਾ ਉਸ ਚੀਜ਼ ਨੂੰ ਥੋੜ੍ਹਾ ਜਿਹਾ ਜ਼ਿਆਦਾ ਇੰਪੋਰਟੈਂਸ ਦਿੰਦੇ ਆ, ਤਾਂ ਉੱਥੇ ਗੁੱਡਵਿਲ ਇਨਕਰੀਜ਼ ਹੋ ਜਾਂਦੀ ਹੈ। ਨੈਕਸਟ ਆ ਪੈਂਡਿੰਗ ਕੰਟਰੈਕਟ। ਜੇ ਤੁਹਾਡਾ ਬਿਜ਼ਨਸ ਹਾਊਸ ਇਹੋ ਜਿਹਾ ਵੀ ਜਿਵੇਂ ਤੁਹਾਨੂੰ ਕੋਈ ਕੰਟਰੈਕਟ ਦਿੱਤਾ ਜਾਂਦਾ ਪਰ ਉਹ ਤੁਸੀਂ ਟਾਈਮਲੀ ਪੇ ਆਊਟ ਨਹੀਂ ਕਰਦੇ, ਟਾਈਮਲੀ ਉਹਨਾਂ ਨੂੰ ਮਤਲਬ ਕੰਟਰੈਕਟ ਹੈ ਜੋ ਵੀ ਉਹਨਾਂ ਨੇ ਗੁੱਡਸ ਪਰਚੇਜ਼ ਕਰਨੀਆਂ ਸੀ ਉਹ ਪ੍ਰੋਪਰ ਨਹੀਂ ਪੇ ਕੀਤੀਆਂ, ਤਾਂ ਜੇ ਤੁਸੀਂ ਜ਼ਿਆਦਾ ਪੈਂਡਿੰਗ ਕੰਟਰੈਕਟ ਰੱਖ ਰਹੇ ਹੋ ਤਾਂ ਜਿਹੜਾ ਤੁਹਾਡਾ ਬਿਜ਼ਨਸ ਦੀ ਗੁੱਡਵਿਲ ਡਿਕਰੀਜ਼ ਹੋ ਜਾਊਗੀ, ਕਿਉਂਕਿ ਤੁਹਾਡੇ ਕਸਟਮਰ ਸੈਟਿਸਫਾਈ ਨਹੀਂ ਹੋਣਗੇ ਜਾਂ ਸਪਲਾਇਰ ਸੈਟਿਸਫਾਈ ਨਹੀਂ ਹੋਣਗੇ। ਨੈਕਸਟ ਆ ਟ੍ਰੈਂਡਸ ਇਨ ਪ੍ਰੋਫਿਟ, ਮਤਲਬ ਇਨਕਰੀਮੈਂਟ ਔਰ ਡਿਕਰੀਮੈਂਟ ਇਨ ਪ੍ਰੋਫਿਟਸ ਲਾਈਕ ਦਿਸ। ਜਿਵੇਂ ਤੁਹਾਡੇ ਪ੍ਰੋਫਿਟ ਕਦੇ ਪਹਿਲਾਂ ਘੱਟ ਹੈ, ਫਿਰ ਇਨਕਰੀਜ਼ ਹੋ ਰਿਹਾ, ਫਿਰ ਡਿਕਰੀਜ਼ ਹੋ ਰਿਹਾ, ਫਿਰ ਇਨਕਰੀਜ਼ ਹੋ ਰਿਹਾ, ਤਾਂ ਉਵੇਂ ਗੁੱਡਵਿਲ ਵੀ ਤੁਹਾਡੀ ਅਪ ਡਾਊਨ ਜਾਊਗੀ। ਜਿਵੇਂ ਸਪੋਜ਼ ਕਰੋ ਕਈ ਵਾਰ ਤੁਹਾਡੇ ਪ੍ਰੋਫਿਟ ਇਨਕਰੀਜ਼ ਹੀ ਹੋ ਰਿਹਾ, ਜਿਵੇਂ 2009 'ਚ ਇੰਨੇ ਆ, ਫਿਰ 10 'ਚ ਹੋਰ ਵੱਧ ਗਏ, 11 'ਚ ਹੋਰ ਵੱਧ ਗਏ, 12 'ਚ ਹੋਰ ਵੱਧ ਗਏ, ਤਾਂ ਉਹਦੇ ਨਾਲ ਤੁਹਾਡੀ ਗੁੱਡਵਿਲ ਅਪ ਜਾਊਗੀ, ਕਿਉਂਕਿ ਇੱਕ ਟਰੈਂਡ ਸੈੱਟ ਹੋ ਜਾਂਦਾ ਵੀ ਹਾਂ ਸਾਡੀ ਬਿਜ਼ਨਸ ਦੇ ਪ੍ਰੋਫਿਟ ਇਨਕਰੀਜ਼ ਹੋ ਰਿਹਾ, ਤਾਂ ਓਬਵੀਅਸ ਹੈ ਗੁੱਡਵਿਲ ਵੀ ਇਨਕਰੀਜ਼ ਜਾਊਗੀ। ਨੈਕਸਟ ਹੈ 10th ਪੁਆਇੰਟ ਇਜ਼ ਕੈਪੀਟਲ ਰਿਕੁਆਇਰਡ। when the profits of the business is more in relation to the investment। ਜਿਵੇਂ ਤੁਸੀਂ ਬਿਜ਼ਨਸ ਜਿੰਨਾ ਪੈਸਾ ਲਾਇਆ ਸੀ, ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਸੀ, ਪਰ ਜਿਵੇਂ ਹੁਣ ਤੁਸੀਂ ਪੈਸਾ ਕਮਾ ਰਹੇ ਹੋ ਤਾਂ ਉਹ ਜ਼ਿਆਦਾ ਹੈ, ਮਤਲਬ ਤੁਸੀਂ ਜ਼ਿਆਦਾ ਪ੍ਰੋਫਿਟ ਅਰਨ ਕਰ ਰਹੇ ਹੋ, ਤਾਂ ਗੁੱਡਵਿਲ ਇਨਕਰੀਜ਼ ਹੋ ਜੂਗੀ, ਕਿਉਂਕਿ ਜਿੰਨੀ ਤੁਹਾਨੂੰ ਕੈਪੀਟਲ ਸੀਗੀ ਤੁਹਾਡੀ ਉਹ ਤਾਂ ਤੁਹਾਡੀ ਆਲਰੇਡੀ ਕਵਰ ਹੋ ਚੁੱਕੀ ਹੈ ਤੁਹਾਡੇ ਪ੍ਰੋਫਿਟਸ ਦੇ ਥਰੂ, ਪਰ ਹੁਣ ਜਿਹੜਾ ਤੁਸੀਂ ਐਕਸਟਰਾ ਮਾਰਜਨ ਰੱਖ ਰਹੇ ਹੋ ਉਹ ਤੁਹਾਡਾ ਕਾਹਦੇ ਲਈ ਹੈ, ਕਿਉਂਕਿ ਤੁਸੀਂ ਇੱਕ ਪ੍ਰੋਪਰ ਨਾਮ ਕਮਾ ਚੁੱਕੇ ਹੋ ਮਾਰਕੀਟ ਦੇ ਵਿੱਚ। ਨੈਕਸਟ ਹੈ ਫਿਊਚਰ ਕੰਪੀਟੀਸ਼ਨ ਹੁੰਦਾ, ਜਿਵੇਂ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਇਨਕਰੀਜ਼ ਹੁੰਦਾ ਰਹਿੰਦਾ, ਪਹਿਲਾਂ ਹੁਣ ਤੁਹਾਡਾ ਕੰਪੀਟੀਸ਼ਨ ਹੈ, ਹੁਣ ਨਿਊ ਮਾਰਕੀਟਸ ਓਪਨ ਹੋ ਰਹੀਆਂ, ਤਾਂ ਨਵਾਂ ਕੰਪੀਟੀਸ਼ਨ ਤੁਹਾਡੀ ਮਾਰਕੀਟ 'ਚ ਆ ਰਿਹਾ। ਜੇ ਤੁਸੀਂ ਉਸ ਮਤਲਬ ਨਿਊ ਰਿਬਲਸ ਆਉਂਦੀਆਂ ਤਾਂ ਉਹ ਓਬਵੀਅਸ ਤੁਹਾਡੀ ਗੁੱਡਵਿਲ ਨੂੰ ਇਫੈਕਟ ਕਰਦੀਆਂ। ਜਿਵੇਂ ਹੁਣ ਤੁਸੀਂ ਪਹਿਲਾਂ ਪ੍ਰੋਪਰ ਨਾਮ ਕਮਾਇਆ ਹੋਇਆ ਮਾਰਕੀਟ ਦੇ ਵਿੱਚ, ਕੱਲ੍ਹ ਨੂੰ ਕੋਈ ਹੋਰ ਤੁਹਾਡੇ ਤੋਂ ਬੈਟਰ ਆ ਜਾਂਦਾ, ਮਤਲਬ ਉਹਦੇ ਪ੍ਰੋਡਕਟ ਬੈਟਰ ਹੈ, ਉਹਦੀ ਸੇਲ ਪੋਲਿਸੀਜ਼ ਔਰ ਪਰਚੇਜ਼ ਸਟ੍ਰੈਟਜੀਜ਼ ਬਹੁਤ ਵਧੀਆ ਹੈ, ਤਾਂ ਓਬਵੀਅਸ ਆ ਉਹ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਸ਼ੇਅਰ ਆ ਮਾਰਕੀਟ ਦੇ ਵਿੱਚ ਉਹ ਸ਼ੇਅਰ ਨੂੰ ਖਿੱਚੂਗਾ, ਮਤਲਬ ਕਿ ਜਿੰਨੇ ਕਸਟਮਰ ਪਹਿਲਾਂ ਤੁਹਾਡੇ ਕੋਲ ਆਉਂਦੇ ਸੀ ਤਾਂ ਓਬਵੀਅਸ ਉਹ ਕਿਤੇ ਨਾ ਕਿਤੇ ਉਸ ਵੱਲ ਵੀ ਅਟਰੈਕਟ ਹੋਣਗੇ, ਤਾਂ ਉਹ ਜਿਹੜਾ ਐਡਵਰਸਲੀ ਇਫੈਕਟ ਕਰੂਗਾ
जे थोड़ा फ्यूचर कंपीटीशन थोड़ा आता है तो वो ना जी थोड़ी गुडविल डिक्रीज जाऊगी, अफेक्ट होगी। नेक्स्ट देयर आर द सम मैथड्स ऑफ वैल्यूएशन ऑफ गुडविल। देयर आर 3 मैथड्स, एवरेज मैथड, सुपर प्रॉफिट मैथड और कैपिटलाइजेशन मैथड। जो एवरेज प्रॉफिट है ये फर्दर 2 टाइप्स है, एक तो सिंपल एवरेज जिमें आप नॉर्मल एवरेज कैलकुलेट करते हैं, तो एक वेटेड एवरेज है, सिंपल और वेटेड। जो थोड़ा सुपर प्रॉफिट मैथड है ਉਹਦੇ ਵਿੱਚ ਕੋਈ ਨੈਕਸਟ ਨਹੀਂ, ਉਹਦੇ 'ਚ ਕੀ ਹੈ ਸੁਪਰ ਪ੍ਰੋਫਿਟ ਦੇ ਬੇਸ 'ਤੇ। ਔਰ ਨੈਕਸਟ ਹੈ ਕੈਪੀਟਲਾਈਜੇਸ਼ਨ, ਇਹਦੇ 'ਚ ਵੀ 2 ਹੈ, ਇੱਕ ਇਹਦੇ ਵਿੱਚ ਇਹਨਾਂ ਦੋਵਾਂ ਦਾ ਮਰਜ ਆ ਜਾਂਦਾ ਹੈ, ਮਤਲਬ ਕਿ ਤੁਸੀਂ ਐਵਰੇਜ ਪ੍ਰੋਫਿਟ ਦੇ ਬੇਸ 'ਤੇ ਵੀ ਕੈਪੀਟਲਾਈਜੇਸ਼ਨ ਕਰ ਸਕਦੇ ਹੋ ਅਤੇ ਸੁਪਰ ਪ੍ਰੋਫਿਟ ਦੇ ਬੇਸ 'ਤੇ ਵੀ ਕਰ ਸਕਦੇ ਹੋ। ਨੈਕਸਟ ਫਾਰਮੂਲਾ ਹੈਗਾ ਐਵਰੇਜ ਪ੍ਰੋਫਿਟ ਦਾ, ਐਵਰੇਜ ਫਰੋਮ ਨੰਬਰ ਆਫ ਈਅਰਸ ਮੀਨਸ ਟੋਟਲ ਪ੍ਰੋਫਿਟ। जिन्ने भी ਤੁਹਾਨੂੰ ईयर वाइज थोड़ा प्रॉफिट दिते होंगे, सपोज करो 5 ईयर्स के प्रॉफिट दिते आ, तो वो सारे प्रॉफिट्स तुम ऐड करोगे, मतलब कि टोटल प्रॉफिट जिन्ना थोड़े सम के अकॉर्डिंग जिन्ना होगा टोटल प्रॉफिट कड्डोगे। तो जिन्ने सालों के वो प्रॉफिट है, सपोज करो प्रॉफिट 5 सालों के सी, तो नंबर ऑफ ईयर कितने हो गए 5 ईयर्स। जो ज़्यादा जिन्ने भी ईयर्स होंगे 10 ईयर 5 ईयर 2 ईयर, तो वो थोड़ा नंबर ऑफ ईयर्स आ जाऊगा। तो इन्हों तुम डिवाइड करोगे वो थोड़ा कैलकुलेट हो जाएगा एवरेज प्रॉफिट, बिकॉज यू कैलकुलेटेड द एवरेज फ्रॉम दिस, बिकॉज टोटल प्रॉफिट और टोटल प्रॉफिट में जो तुम नंबर ऑफ ईयर ना डिवाइड करते हो तो एक एवरेज निकल आती है भी अप्रॉक्सीमेट एवरेज फॉर 1 ईयर इज़ दिस। नैक्सट ये निकलिया एवरेज प्रॉफिट, बट आप कैलकुलेट करनी है गुडविल, तो गुडविल निकलूगी जिन्ना थोड़ा एवरेज प्रॉफिट आऊगा उन्होंने तुम नंबर ऑफ परचेज ईयर ना मल्टीप्लाई करोगे। ये थोड़े गिवन होंगे क्वेश्चन के विच। एक चीज़ का खास ध्यान रखना, नंबर ऑफ ईयर्स और नंबर ऑफ परचेज ईयर आर नॉट सेम। नंबर ऑफ ईयर्स मतलब जिन्ने सालों के थोनों प्रॉफिट दिते हैं वो वाली चीज़, और नंबर ऑफ प्रॉफिट दिते हैं या लॉस दिते जो भी है, और नंबर ऑफ परचेज ईयर ये अलग तो दिते होंगे सम दे विच। तो गुडविल कड्ढण लई तुसीं जिन्ना तुहाडा नंबर ऑफ परचेज ईयर है, मतलब कि गुडविल परचेज किन्ने सालों ने की है, तो एवरेज प्रॉफिट जिन्ना 1 साल का आ गया, तो जिन्ने तुसीं सालों लिए परचेज की है वो मल्टीप्लाई करके टोटल गुडविल कैलकुलेट करोगे। लैट्स टेक एन एग्जाम्पल। देखो जिमें थोनों ईयर्स दिते हुए हैं 2010 11 12 13 14 15, तो वो रिलेटेड थोनों प्रॉफिट्स दिते हुए हैं, ठीक है। हुण जिमें आप टोटल अकॉर्डिंग टू फॉर्मूला तुसी टोटल प्रॉफिट्स कैलकुलेट करने हैं, टोटल प्रॉफिट्स डिवाइड बाय नंबर ऑफ ईयर्स। टोटल प्रॉफिट किवें कैलकुलेट करांगे, इन्हां सारिਆਂ ਦਾ प्लस कर लांगे, 5000 8000 6000 9000 10000 एंड 4000। जो तुसी इन्हां सारिਆਂ ਦਾ इदा उपर लिख के सारिਆਂ ਦਾ ਇਹਨਾਂ ਦਾ प्लस करांगे, इदां ਦਾ प्लस आ गया 42000 टोटल। नंबर ऑफ ईयर्स इज 6, 1 2 3 4 5 6 डिवाइड बाय 6, तो हाउ मच एवरेज प्रॉफिट 7000। नेक्स्ट कैलकुलेटिंग द गुडविल। गुडविल का फॉर्मूला सी 7000 मीनस एवरेज प्रॉफिट मल्टीप्लाई नंबर ऑफ परचेज ईयर। नंबर ऑफ परचेज ईयर समझ थोनों दिते हुए हैं 4। These are given like calculate the average profit on the year of profits on following basis, and calculate the goodwill on the basis of 4-year purchase. So 4 year here, so total 28,000 is your goodwill. So see the profit number of years and number of purchase year not same, so be careful while calculating this. Next method is super profit. Next method is your weighted average profit. Weighted average profit method is a part of average profit. Average profit ਦੀਆਂ ਜਿਵੇਂ 2 टाइप्स ਸੀਗੀਆਂ, एक ਸੀਗਾ ਸਿੰਪਲ ਐਵਰੇਜ, ਉਹ ਤੁਸੀਂ ਕੈਲਕੂਲੇਟ। ਨੈਕਸਟ ਇਜ਼ weighted average profit। weighted average profit ਸਿਮਿਲਰ ਹੀ ਹੈ, ਬਟ ਇਹਦੇ 'ਚ ਦੇਖੋ ਤੁਹਾਨੂੰ weights ਦਿੱਤੇ ਹੋਣਗੇ, ਜਿਵੇਂ ਆਹ 2 ਚੀਜ਼ਾਂ ਦਿੱਤੀਆਂ ਵੀ ਤੁਹਾਨੂੰ ਈਅਰਸ ਦਿੱਤੇ ਆ, 6 ਤੋਂ ਲੈ ਕੇ 10 ਤੱਕ ਈਅਰ ਹੈ, ਉਹਦੇ प्रॉफिट्स ਦਿੱਤੇ ਹੋਏ ਸਮ ਦੇ ਵਿੱਚ। ਉਸ ਤੋਂ ਬਾਅਦ ਤੁਹਾਨੂੰ weights ਦਿੱਤੇ ਹੋਣਗੇ, मतलब कि फस्ट ईयर ਦਾ ਵਾਲਾ weight ਹੈ, ਇਹ ਤੁਹਾਨੂੰ weight ਮੈਂਸ਼ਨ ਹੋਣਗੇ। ਨੈਕਸਟ ਉਹਨਾਂ ਨੇ ਤੁਹਾਨੂੰ ਕਿਹਾ ਹੈ ਕੈਲਕੂਲੇਟ ਦ ਗੁੱਡਵਿਲ ਔਨ ਦੀ ਬੇਸਿਸ ਆਫ 2 ईयर परचेज। ਸੋ ਫਸਟਲੀ ਕੈਲਕੂਲੇਟਡ ਦਾ weighted ਐਵਰੇਜ। ਹੁਣ ਜਿਵੇਂ ਤੁਹਾਨੂੰ weights ਦਿੱਤੇ ਹੋਏ ਆ ਤਾਂ ਪ੍ਰੋਫਿਟ ਦਿੱਤੇ ਆ, ਪਹਿਲਾਂ ਤੁਸੀਂ ਉਹ weight ਨੂੰ ਮੈਜ਼ਰ ਕਰੋਗੇ, ਮਤਲਬ ਇਸ ਵਾਲੇ ਪ੍ਰੋਫਿਟ ਦਾ ਇੰਨਾ weight ਹੈ, ਤਾਂ ਟੋਟਲ ਪ੍ਰੋਡਕਟ ਕਿੰਨਾ ਆ ਗਿਆ 10000 ਮਲਟੀਪਲਾਈ 1 10000, 20000 ਮਲਟੀਪਲਾਈ 2 40000, 30,000 multiply 3 90,000, 40,000 multiply 4 160,000, and 60,000 multiply 5 3 lakh। सो नैक्सट टोटल करांगे आप जिन्नी भी तुहानूं प्रोडक्ट दिता होया, प्रोडक्ट तुहाडे कोल आया 10,000 40,000 90,000 160 और 3 लाख। जो ये सारे का प्लस करोगे तो 6 लाख आ गया।
ਹੁਣ ਜਦੋਂ ਤੁਸੀਂ 6 ਲੈਗ ਆ ਗਿਆ, ਇਹ ਮਤਲਬ ਆ ਗਏ ਤੁਹਾਡੇ ਟੋਟਲ ਵੇਟਸ। ਜਿਹੜਾ ਜਿੱਥੇ ਤੁਸੀਂ ਟੋਟਲ ਪ੍ਰੋਫਿਟ ਲਿਖਦੇ ਸੀ ਉੱਥੇ ਹੁਣ ਤੁਸੀਂ ਟੋਟਲ ਵੇਟਡ ਲਿਖੋਗੇ, ਵੇਟਡ ਪ੍ਰੋਫਿਟਸ। ਨੈਕਸਟ ਹੁਣ ਜਿੱਥੇ ਤੁਸੀਂ ਨੰਬਰ ਆਫ ਈਅਰਸ ਨਾਲ ਡਿਵਾਈਡ ਕਰਦੇ ਸੀ, ਹੁਣ ਆਪਾਂ ਨੂੰ ਇਹ 'ਚ ਈਅਰ ਤੁਸੀਂ 5 ਨਾਲ ਡਿਵਾਈਡ ਨਹੀਂ ਕਰੋਗੇ ਕਿਉਂਕਿ ਵੈਸੇ ਤਾਂ ਆਪਣੇ ਕੋਲ 5 ਈਅਰਸ ਹੈ, ਬਟ ਇਹ ਤੁਸੀਂ ਟੋਟਲ ਆਫ ਵੇਟਸ ਨਾਲ ਡਿਵਾਈਡ ਕਰੋਗੇ। ਵੇਟਸ ਦਾ ਟੋਟਲ ਕਰਾਂਗੇ 5 4 9 10 11 12 13 14 ਔਰ 15 ਵੇਟ ਆ ਗਏ। ਵੇਟ ਨਾਲ ਡਿਵਾਈਡ ਕਰਕੇ ਜਦੋਂ ਤੁਹਾਡੇ ਕੋਲ ਆ ਗਿਆ 40,000 ਆ ਗਿਆ ਵੇਟਡ ਐਵਰੇਜ ਪ੍ਰੋਫਿਟ। ਹੁਣ ਤੁਸੀਂ ਕੱਢਣੀ ਹੈ ਗੁੱਡਵਿਲ, ਤਾਂ ਗੁੱਡਵਿਲ ਦੇ ਤੁਹਾਨੂੰ ਨੰਬਰ ਆਫ ਪਰਚੇਜ਼ ਜਾਂ 2 ਦਿੱਤੇ ਸੀ, 40,000 ਮਲਟੀਪਲਾਈ 2 ਤਾਂ 80,000 ਦੀ ਤੁਹਾਡੇ ਕੋਲ ਗੁੱਡਵਿਲ ਆ ਗਈ। ਸੋ ਨੈਕਸਟ ਮੈਥਡ ਇਜ਼ ਸੁਪਰ ਪ੍ਰੋਫਿਟ ਮੈਥਡ। ਨੈਕਸਟ ਇਜ਼ ਸੁਪਰ ਪ੍ਰੋਫਿਟ ਮੈਥਡ। ਸੁਪਰ ਪ੍ਰੋਫਿਟ ਮੈਥਡ ਦਾ ਫਾਰਮੂਲਾ ਹੈਗਾ ਐਵਰੇਜ ਪ੍ਰੋਫਿਟ ਮਾਈਨਸ ਨਾਰਮਲ ਪ੍ਰੋਫਿਟ। ਐਵਰੇਜ ਪ੍ਰੋਫਿਟ ਮਾਈਨਸ ਨਾਰਮਲ ਪ੍ਰੋਫਿਟ। ਜਿਵੇਂ ਕਿ ਤੁਸੀਂ ਐਵਰੇਜ ਪ੍ਰੋਫਿਟ ਬਾਰੇ ਤਾਂ ਦੇਖ ਹੀ ਲਿਆ, ਇਹਦੇ 'ਚ ਤੁਸੀਂ ਸਿੰਪਲ ਐਵਰੇਜ ਪ੍ਰੋਫਿਟ ਲੈਣਾ, ਵੇਟਡ ਵਾਲਾ ਨਹੀਂ ਲੈਣਾ। ਜਿਹੜਾ ਵੀ ਆਪਾਂ ਸਿੰਪਲ ਐਵਰੇਜ ਪ੍ਰੋਫਿਟ ਕੱਢਿਆ ਸੀ, ਜਿਵੇਂ ਨੰਬਰ ਆਫ ਈਅਰਸ ਡਿਵਾਈਡ ਬਾਏ ਟੋਟਲ ਪ੍ਰੋਫਿਟ ਡਿਵਾਈਡ ਬਾਏ ਨੰਬਰ ਆਫ ਈਅਰਸ ਵਾਲਾ, ਠੀਕ ਹੈ। ਨੈਕਸਟ ਤੁਸੀਂ ਲੈਣਾ ਨਾਰਮਲ ਪ੍ਰੋਫਿਟ। ਹੁਣ ਐਵਰੇਜ ਪ੍ਰੋਫਿਟ ਤਾਂ ਤੁਸੀਂ ਕੈਲਕੂਲੇਟ ਕਰ ਲਓਗੇ, ਤਾਂ ਨਾਰਮਲ ਪ੍ਰੋਫਿਟ ਕਿਵੇਂ ਕੈਲਕੂਲੇਟ ਕਰੋਗੇ? ਉਹਦਾ ਇੱਕ ਫਾਰਮੂਲਾ ਹੈ ਕੈਪੀਟਲ ਇੰਪਲੋਇਡ ਮਲਟੀਪਲਾਈ ਰੇਟ ਡਿਵਾਈਡ ਬਾਏ 100। ਜਿਹੜਾ ਤੁਹਾਨੂੰ ਰੇਟ ਹੈ ਇਹ ਤੁਹਾਨੂੰ ਪਰਸੈਂਟੇਜ ਦਿੱਤੀ ਹੋਊਗੀ, 10% 20% ਜਿੰਨਾ ਵੀ। ਔਰ ਕੈਪੀਟਲ ਇੰਪਲੋਇਡ ਮੀਨਸ ਕੈਪੀਟਲ ਕਿਵੇਂ ਨਿਕਲੂਗੀ? ਜਿਵੇਂ ਤੁਸੀਂ ਅਕਾਊਂਟਿੰਗ ਇਕੁਏਸ਼ਨ ਕੀਤੀ ਹੈ +1 ਦੇ ਵਿੱਚ, ਐਸੈਟਸ ਇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀ। ਹੁਣ ਆਪਾਂ ਕੈਪੀਟਲ ਕੱਢਣੀ ਹੈ ਤਾਂ ਫਾਰਮੂਲਾ ਬਣ ਜੂਗਾ ਕੈਪੀਟਲ ਇਜ਼ ਇਕੁਅਲ ਟੂ ਜਿਵੇਂ ਵੀ ਤੁਹਾਨੂੰ ਦਿੱਤਾ ਹੋਊਗਾ ਉਸ ਅਕੋਰਡਿੰਗ ਲਾਇਬਿਲਿਟੀ ਮਾਈਨਸ ਐਸੈਟਸ। ਸੋ ਇਵੇਂ ਤੁਹਾਡੀਆਂ ਕੈਪੀਟਲ ਨਿਕਲ ਆਉਣੀਆਂ। ਫਿਰ ਤੁਸੀਂ ਨਾਰਮਲ ਪ੍ਰੋਫਿਟ ਕੱਢ ਲੈਣਾ, ਮਾਈਨਸ ਕਰਕੇ ਸੁਪਰ ਪ੍ਰੋਫਿਟ ਕੱਢ ਲੈਣਾ। ਔਰ ਗੁੱਡਵਿਲ ਕੱਢਣ ਦਾ ਸੇਮ ਹੀ ਫਾਰਮੂਲਾ ਹੈ, ਸੁਪਰ ਪ੍ਰੋਫਿਟ ਮਲਟੀਪਲਾਈ ਨੰਬਰ ਆਫ ਪਰਚੇਜ਼ ਈਅਰ। ਇਹ ਤੁਹਾਨੂੰ ਸਮ 'ਚ ਮੈਂਸ਼ਨ ਹੋਣਗੇ। ਲੈਟਸ ਟੇਕ ਐਨ ਐਗਜ਼ਾਮਪਲ। ਸੋ ਐਗਜ਼ਾਮਪਲ ਇਜ਼ ਪ੍ਰੋਫਿਟ ਦਿੱਤੇ ਹੋਏ ਤੁਹਾਨੂੰ 2010 11 12 13 ਦੇ। ਗੁੱਡਵਿਲ ਉਹਨਾਂ ਨੇ ਕਿਹਾ ਵੀ 2.5 ਈਅਰ ਆਫ ਪਰਚੇਜ਼ ਹੈ। ਜਿੱਥੇ ਤੁਸੀਂ ਗੁੱਡਵਿਲ ਕੱਢੋਗੇ, ਜਿੱਥੇ ਤੁਸੀਂ ਪਰਚੇਜ਼ ਈਅਰ ਲਾਉਣੇ ਆ ਤਾਂ 2.5 ਲਾਉਣੇ ਆ। ਨੈਕਸਟ ਤੁਹਾਨੂੰ ਟੋਟਲ ਐਸੈਟਸ ਦਿੱਤੀਆਂ 3.5 ਲੱਖ ਅਤੇ ਲਾਇਬਿਲਿਟੀ ਦਿੱਤੀ ਹੈ 50,000। ਨਾਰਮਲ ਰੇਟ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਰੇਟ ਤੁਹਾਨੂੰ ਸਮ 'ਚ ਮੈਂਸ਼ਨ ਹੋਊਗਾ, ਤਾਂ ਰੇਟ ਇਜ਼ 10%। ਫਸਟਲੀ ਕੈਲਕੂਲੇਟਿੰਗ ਦਾ ਐਵਰੇਜ ਪ੍ਰੋਫਿਟਸ। ਐਵਰੇਜ ਪ੍ਰੋਫਿਟ ਕਿਵੇਂ ਨਿਕਲਣਗੇ? ਟੋਟਲ ਆਫ ਪ੍ਰੋਫਿਟ 40 30 50 ਔਰ 20, ਟੋਟਲ ਬਣ ਗਿਆ 70 80 90 140। ਕਿੰਨੇ ਈਅਰ ਟੋਟਲ? 1 2 3 4 ਡਿਵਾਈਡ ਬਾਈ 4 ਤਾਂ ਕਿੰਨਾ ਆ ਗਿਆ? ਇੱਥੇ ਡਿਵਾਈਡ ਕਰਕੇ ਆ ਗਿਆ 35,000। ਹੁਣ ਤੁਸੀਂ ਨੈਕਸਟ ਐਵਰੇਜ ਪ੍ਰੋਫਿਟ ਨਿਕਲਿਆ ਆ। ਹੁਣ ਆਪਾਂ ਕੈਲਕੂਲੇਟ ਕਰਾਂਗੇ ਨਾਰਮਲ ਪ੍ਰੋਫਿਟ, ਕਿਉਂਕਿ ਸੁਪਰ ਪ੍ਰੋਫਿਟ ਦਾ ਫਾਰਮੂਲਾ ਕੀ ਹੁੰਦਾ? ਐਵਰੇਜ ਪ੍ਰੋਫਿਟ ਮਾਈਨਸ ਨਾਰਮਲ ਪ੍ਰੋਫਿਟ। ਨਾਰਮਲ ਪ੍ਰੋਫਿਟ ਕੱਢਣ ਵਾਸਤੇ ਤੁਹਾਨੂੰ ਪਹਿਲਾਂ ਚਾਹੀਦੀ ਹੈ ਕੈਪੀਟਲ। ਕੈਪੀਟਲ ਕਿਵੇਂ ਨਿਕਲੂਗੀ? ਤੁਹਾਨੂੰ ਐਸੈਟ ਦਿੱਤੀਆਂ, ਲਾਇਬਿਲਿਟੀ ਦਿੱਤੀਆਂ, ਤਾਂ ਕੈਪੀਟਲ ਦਾ ਕੀ ਫਾਰਮੂਲਾ ਹੁੰਦਾ? ਐਸੈਟ ਮਾਈਨਸ ਲਾਇਬਿਲਿਟੀ। ਐਸੈਟ ਹੈਗੀ ਹੈ 3.5 ਲੱਖ ਦੀ, ਲਾਇਬਿਲਿਟੀ ਹੈਗੀ ਹੈ 50,000 ਦੀ, ਤਾਂ ਕੈਪੀਟਲ ਕਿੰਨੀ ਆ ਗਈ? 3 ਲੱਖ ਦੀ। ਹੁਣ ਤੁਸੀਂ ਫਾਰਮੂਲਾ ਲਾਓਗੇ ਨਾਰਮਲ ਪ੍ਰੋਫਿਟ ਦਾ, ਉਹ ਹੁੰਦਾ 3 ਲੱਖ, ਮਤਲਬ ਕਿ ਕੈਪੀਟਲ ਮਲਟੀਪਲਾਈ ਰੇਟ ਕਿੰਨਾ ਦਿੱਤਾ ਹੋਇਆ ਤੁਹਾਨੂੰ ਸਮ ਦੇ ਵਿੱਚ? 10%। 10 ਡਿਵਾਈਡ ਬਾਈ 100 ਤਾਂ ਕਿੰਨਾ ਆ ਜੂਗਾ? 30,000। ਮਤਲਬ ਆਪਣੇ ਕੋਲ ਐਵਰੇਜ ਪ੍ਰੋਫਿਟ ਵੀ ਆ ਗਿਆ, ਨਾਰਮਲ ਪ੍ਰੋਫਿਟ ਵੀ ਆ ਗਿਆ। ਸੁਪਰ ਪ੍ਰੋਫਿਟ ਕਿੰਨਾ ਆ ਜੂਗਾ? ਐਵਰੇਜ ਪ੍ਰੋਫਿਟ ਹੈਗਾ ਤੁਹਾਡੇ ਕੋਲ 35,000, ਉਹਦੇ 'ਚੋਂ ਨਾਰਮਲ ਪ੍ਰੋਫਿਟ ਮਾਈਨਸ ਕਰ ਦਿਓ 30,000 ਤਾਂ ਕਿੰਨਾ ਆ ਗਿਆ ਆਪਣੇ ਕੋਲ? 5,000। ਤਾਂ ਗੁੱਡਵਿਲ ਕਿੰਨੀ ਆ ਜੂਗੀ? ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ 2.5 ਈਅਰ ਲੈਣੇ ਆ ਪਰਚੇਜ਼ ਈਅਰ ਮਲਟੀਪਲਾਈ 2.5। ਇੱਥੇ ਹੁਣ ਤੁਸੀਂ ਸੁਪਰ ਪ੍ਰੋਫਿਟ ਨਾ ਕੱਢੋਗੇ ਕਿਉਂਕਿ ਫਾਰਮੂਲਾ ਸੁਪਰ ਪ੍ਰੋਫਿਟ ਵਾਲਾ ਹੈ। ਇਹ ਕਰੋਗੇ ਤਾਂ ਤੁਹਾਡਾ ਆ ਜੂਗਾ 12,500 ਆਂਸਰ। ਨੈਕਸਟ ਔਰ ਲਾਸਟ ਮੈਥਡ ਇਜ਼ ਕੈਪੀਟਲਾਈਜੇਸ਼ਨ ਮੈਥਡ। ਕੈਪੀਟਲਾਈਜੇਸ਼ਨ ਮੈਥਡ 'ਚ ਫਰਦਰ 2 ਮੈਥਡ ਯੂਜ਼ ਕੀਤੇ ਜਾ ਸਕਦੇ ਆ। ਤੁਸੀਂ ਐਵਰੇਜ ਪ੍ਰੋਫਿਟ ਨਾਲ ਵੀ ਕੈਲਕੂਲੇਟ ਕਰ ਸਕਦੇ ਹੋ, ਸੁਪਰ ਪ੍ਰੋਫਿਟ ਨਾਲ, ਪਰ ਇਹਦਾ ਗੁੱਡਵਿਲ ਕੱਢਣ ਦਾ ਇੱਕ ਹੀ ਫਾਰਮੂਲਾ ਹੈ। ਗੁੱਡਵਿਲ ਨਿਕਲੂਗੀ ਜੇ ਤਾਂ ਤੁਸੀਂ ਐਵਰੇਜ ਪ੍ਰੋਫਿਟ ਨਾਲ ਕੱਢਣਾ ਤਾਂ ਤੁਸੀਂ ਐਵਰੇਜ ਪ੍ਰੋਫਿਟ ਲਿਖ ਦੇਣਾ, ਜੇ ਸੁਪਰ ਪ੍ਰੋਫਿਟ ਨਾਲ ਕੱਢਣਾ ਸੁਪਰ ਪ੍ਰੋਫਿਟ ਮੀਨਸ ਐਵਰੇਜ ਪ੍ਰੋਫਿਟ ਜਾਂ ਸੁਪਰ ਪ੍ਰੋਫਿਟ ਜਿਹੜਾ ਵੀ ਤੁਹਾਨੂੰ ਸਮ 'ਚ ਕਿਹਾ ਹੋਇਆ ਮਲਟੀਪਲਾਈ 100 ਡਿਵਾਈਡ ਬਾਈ ਰੇਟ। ਇਵੇਂ ਤੁਹਾਡੀ ਗੁੱਡਵਿਲ ਕੈਲਕੂਲੇਟ ਹੋ ਜੂਗੀ। 100 ਡਿਵਾਈਡ ਬਾਈ ਰੇਟ ਉਹੀ ਸੇਮ ਜਿਵੇਂ ਨਾਰਮਲ ਰੇਟ ਜਿਹੜਾ ਆਪਾਂ ਨਾਰਮਲ ਪ੍ਰੋਫਿਟ 'ਚ ਯੂਜ਼ ਕੀਤਾ ਸੀ। ਜੇ ਤਾਂ ਤੁਸੀਂ ਸੁਪਰ ਪ੍ਰੋਫਿਟ ਵਾਲਾ ਫਾਰਮੂਲਾ ਲਗਾ ਰਹੇ ਹੋ ਤਾਂ ਫਿਰ ਤਾਂ ਡਾਇਰੈਕਟ ਤੁਹਾਡੀ ਗੁੱਡਵਿਲ ਹੀ ਆ ਜੂਗੀ, ਬਟ ਜੇ ਤੁਸੀਂ ਐਵਰੇਜ ਪ੍ਰੋਫਿਟ ਵਾਲਾ ਫਾਰਮੂਲਾ ਲਗਾ ਰਹੇ ਆ ਤਾਂ ਇਹ ਤੁਹਾਡੇ ਕੋਲ ਆਊਗਾ ਕੈਪੀਟਲਾਈਜੇਸ਼ਨ ਆਫ ਐਵਰੇਜ ਪ੍ਰੋਫਿਟ। ਫਿਰ ਤੁਸੀਂ ਗੁੱਡਵਿਲ ਕਿਵੇਂ ਕੱਢੋਗੇ? ਗੁੱਡਵਿਲ ਇਜ਼ ਇਕੁਅਲ ਟੂ ਜੋ ਵੀ
फिर थोड़ी गुडविल कैलकुलेट होगी, जो भी थोड़ा एवरेज नाल आऊगा वो आऊगा थोड़ा कैपिटलाइजेशन, वो जिन्नी थोड़ी कैपिटल आ तुसीं वो माइनस कर दोगे तो वो थोड़ी गुडविल निकल आऊगी। लैट्स टेक एन एग्जांपल। सब तो पहला देखो तुहानूं एवरेज प्रॉफिट दिता 30,000, कैपिटल एम्पलॉयड दी हुई है 2 लाख, नॉर्मल रेट दिता 10%। तो ये तुहानूं दो फॉर्मूले लाने लई क्या, एक सुपर प्रॉफिट जिहड़ा आपां पहलां कीता सैकेंड मैथड, और एक क्या तुहानूं कैपिटलाइजेशन मैथड। सुपर प्रॉफिट वाला मैथड लाओगे तो सुपर प्रॉफिट कैलकुलेट करना पऊगा, वो निकलूगा एवरेज प्रॉफिट माइनस नॉर्मल प्रॉफिट। तो जो तुसीं पहला वाला फॉर्मूला लाओगे सुपर प्रॉफिट, वह फॉर्मूला एवरेज प्रॉफिट माइनस नॉर्मल प्रॉफिट। एवरेज प्रॉफिट तुहानूं सम दे विच मैंशन नहीं है, एवरेज प्रॉफिट दिते हुए 30,000, बट नॉर्मल प्रॉफिट नहीं मैंशन, तो तुहानूं कैलकुलेट करने पैने आ। 2 लाख 10% का रेट दिता होया, तो आप किवें कैलकुलेट करांगे, 2 लाख मल्टीप्लाई 10 डिवाइड बाय 100, तो वो तुहाडे कोल आ जाणगे 20,000 नॉर्मल प्रॉफिट। हुण तुसीं आ फॉर्मूले च पुट कर दो। एवरेज प्रॉफिट तुहानूं कैलकुलेट नहीं करने पे इस सम दे विच, क्योंकि वो दिते हुए सी। तो 30,000 माइनस 20,000 कितना आ गया, 10,000 आ गया सुपर प्रॉफिट। तो हुण उन्होंने सुपर प्रॉफिट च तुहानूं नाल क्या होया सी भी 2 ईयर परचेज से तुसीं गुडविल कढनी है, तो गुडविल आ जूगी 10,000 मल्टीप्लाई 2 20,000। ठीक है, ये हो गया थोड़ा सैकेंड फर्स्ट मैथड जो उन्होंने क्या सी सुपर प्रॉफिट के हिसाब नाल। सैकेंड उन्होंने क्या तुहानूं कैपिटलाइजेशन के अकॉर्डिंग, कैपिटलाइजेशन के अकॉर्डिंग तुसीं जे तुहानूं कुछ भी नहीं मैंशन तो तुसीं एवरेज वाला भी लगा सकते हो तो सुपर प्रॉफिट वाला भी। तो आप दोनों लगा के देख लांगे। हुण आपां पहलां गुडविल कढनी, गुडविल किवें निकलदी हैगी, सुपर प्रॉफिट च निकलूगी अकॉर्डिंग टू कैपिटलाइजेशन। गुडविल इज इक्वल टू सुपर प्रॉफिट मल्टीप्लाई 100 डिवाइड बाय रेट। जिहड़ा कैपिटलाइजेशन है थोड़ा फॉर्मूला रिवर्स हो जाता है, जिहड़ा थोड़ा नॉर्मल प्रॉफिट का फॉर्मूला है। ये हुण तुहाडे कोल सुपर प्रॉफिट आए सी 10,000, 20 नहीं लै लेना, इत्थे गुडविल है तो 10,000 लवांगे सुपर प्रॉफिट मल्टीप्लाई बाय 100 डिवाइड बाय रेट कितना 10, तो कितना आ जाऊगा इत्थे 1 लाख। हुण यही सेम कैपिटलाइजेशन का आपां सैकेंड फॉर्मूला लाइए एवरेज के हिसाब नाल, तो वो फॉर्मूला लगूगा जिथे सुपर लिखिया उत्थे आ जाऊगा एवरेज प्रॉफिट मल्टीप्लाई 100 डिवाइड बाय रेट। तो एवरेज प्रॉफिट अपने कोल सीगा 30,000 मल्टीप्लाई 100 डिवाइड बाय 10, तो ये आ गया 3 लाख। बट देखो फॉर्मूला एक है, वो पार्ट्स दो है ना, बट वह आंसर सेम होना चाहिए, पर यह आंसर तो सेम ही नहीं आ रहा। तो थोड़ा मैं पहले कहा सी भी जो भी थोड़ा सुपर प्रॉफिट है उस थोड़े को डायरैक्ट गुडविल आ जाती है, बट ये थोड़े को डायरैक्ट गुडविल नहीं आई, ये है थोड़े को कैपिटलाइज्ड वैल्यू। जो सुपर प्रॉफिट है वो अज्यूम ही करते हैं भी वो थोड़े को सुपर प्रॉफिट है, मतलब कि बहुत ज़्यादा प्रॉफिट, तो ज़्यादा प्रॉफिट है तो जी थोड़ी गुडविल स्टेबल रही है, तो करके वो अगे इन्हू कैलकुलेट नहीं करेंगे। बट ये जो सुपर प्रॉफिट वाला मैथड है ज़्यादा वैल्यूएबल नहीं है, क्योंकि ये कोई टेक्नीक नहीं हैगी, विदाउट एनी लॉजिक है। जी हुण एवरेज प्रॉफिट है तो कैपिटलाइजेशन वैल्यू आ गई, तो गुडविल किवें निकलनी सी, जिन्नी थोड़ी कैपिटलाइजेशन वैल्यू आऊगी वो कैपिटल माइनस करोगे, तो कैपिटलाइजेशन वैल्यू आ गई 3 लाख, तो कैपिटल अपने सम च कितनी दी हुई सी 2 लाख, तो आ गया 1 लाख। तो देखो आंसर दोनों फॉर्मूले ना सेम हो गया।